ਚੀਨ ਵਾਲਿਆਂ ਨੇ ਇਹ ਜਿਹੜੀ ਅਸਲੀ ਗੱਲਬਾਤ ਆ ਜੀ ਉਹ ਦੱਸੀ ਨਹੀਂ ਪਹਿਲਾਂ। ਇਸ ਕਰਕੇ ਜਿਹੜੇ ਸਾਡੇ ਹੈਲਥ ਸਿਸਟਮ ਹੈ ਇੱਥੋਂ ਦੇ ਕੈਨੇਡਾ ਦਾ ਵੀ ਉਹ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਨੇ। ਤੇ ਉਹ ਕਹਿੰਦਾ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਚੀਨ ਨੂੰ ਅਸੀਂ ਉੱਦਾਂ ਹੀ ਹੁਣ ਮਾਫ ਕਰ ਦਈਏ ਤਾਂ ਭੁੱਲ ਜਾਈਏ। ਜਿਹੜਾ ਗਰੀਬ ਆਦਮੀ ਹੈ ਜੀ ਉਹਨੂੰ ਤਾਂ ਕੰਮ ਹੀ ਕਰਨਾ, ਕਿਉਂਕਿ ਜਦੋਂ ਪਹਿਲਾਂ ਇੱਥੋਂ ਬਿਜ਼ਨਸ ਉਧਰ ਨੂੰ ਗਏ ਸੀਗੇ ਜੀ ਉਦੋਂ ਨਾ ਮਜ਼ਦੂਰਾਂ ਦੀ ਸੁਣੀ ਗਈ ਨਾ ਗਰੀਬਾਂ ਦੀ ਸੁਣੀ ਗਈ। ਤੇ ਹੁਣ ਕਿਹੜੀ ਜੀ ਉਹਨਾਂ ਦੀ ਸੁਣਨੀ ਆ। ਬਸ ਹੁਣ ਵੀ ਇਹੀ ਗੱਲ, ਮਾਫੀ ਚਾਹੁੰਦਾ, ਹੁਣ ਵੀ ਉਹੋ ਹੀ ਗੱਲ ਆ ਵੀ ਹਾਂ ਜੀ ਹੁਣ ਉਹ ਇੱਥੇ ਆ ਜਾਣਗੀਆਂ ਜੌਬਾਂ। ਇਹ ਉਹ ਚੀਨ ਤੇ ਵਰ ਰਹੇ ਨੇ ਵੀ ਜਿੱਦਾਂ ਚੀਨ ਨੇ ਕੋਈ ਇਹਨਾਂ ਨੂੰ ਪੈਸੇ ਦੇ ਦੇਣੇ ਹੁੰਦੇ ਆ। ਆਈ ਡੋਂਟ ਨੋ ਕਿੱਥੋਂ ਤੱਕ ਉਹ ਗੱਲ ਸਹੀ ਹੋ ਸਕਦੀ। ਇੱਕ ਸ਼ਖਸ ਜਿਹਨੇ 3 ਲੱਖ ਦਾ ਘਰ ਕਿਤੇ ਬਣਾਇਆ ਸੀਗਾ, ਉਹ ਕਹਿੰਦਾ ਵੀ ਅੱਜ ਉਹ ਘਰ ਉਹਦਾ $1.25 ਲੱਖ ਜਿਹੜਾ ਉਹ ਲੂਜ਼ ਕਰ ਚੁੱਕਾ ਆਲਰੇਡੀ। ਉਹ ਕਹਿੰਦਾ ਜੇ ਕੱਲ ਨੂੰ ਮੈਂ ਵੇਚਾਂ ਤਾਂ ਇਟਸ ਯੂਜ਼ਲੈਸ, ਮੈਨੂੰ ਕੋਈ ਇਹਦਾ ਪੈਸਾ ਨਹੀਂ ਮਿਲਣਾ ਹੈ। ਜਿਹੜੇ ਨਾਰਵੇ ਵਾਲਿਆਂ ਨੇ ਜੀ ਉਹਨਾਂ ਦਾ ਜਿਹੜਾ ਇਨਵੈਸਟਮੈਂਟ ਫੰਡ, ਤੁਹਾਨੂੰ ਪਤਾ ਉਹਨਾਂ ਕੋਲ ਪੈਸੇ ਚੰਗੇ ਆ, ਉੱਥੇ ਜਮ੍ਹਾਂ ਕੀਤੇ ਜੀ। ਉਹ ਇਨਵੈਸਟਮੈਂਟ ਫੰਡ ਜਿਹੜਾ ਅੱਗੇ ਇੱਥੇ ਆਇਲ ਸੈਂਡ ਦੇ ਵਿੱਚ ਪੈਸੇ ਲਾਉਂਦੇ ਸੀ, ਅੱਜ ਉਹ ਖਬਰ ਆ ਰਹੀ ਹੈ ਜੀ ਵੀ ਉਹਨਾਂ ਨੇ ਆਇਲ ਸੈਂਡ ਦੇ ਵਿੱਚ ਪੈਸੇ ਲਾਉਣ ਤੋਂ ਗਾਂ ਨੂੰ ਆਪਣੇ ਆਪ ਨੂੰ ਪਾਸੇ ਕਰ ਲਿਆ ਵੀ, ਜਾਂ ਕਹਿ ਲਓ ਆਇਲ ਸੈਂਡ ਨੂੰ ਪਾਸੇ ਕਰ ਦਿੱਤਾ। ਐਡਮਿੰਟਨ ਤੋਂ ਸਾਡੇ ਸੀਨੀਅਰ ਜਰਨਲਿਸਟ ਸਰਦਾਰ ਕੁਲਮੀਤ ਸਿੰਘ ਸੰਘਾ ਹੋਣਾ ਦੇ ਨਾਲ ਐਡਮਿੰਟਨ ਦੇ ਵਿੱਚ, ਅਲਬਰਟਾ ਦੇ ਵਿੱਚ ਪਿਛਲੇ ਹਫ਼ਤੇ ਕੀ ਕੁਝ ਗਤੀਵਿਧੀਆਂ ਹੋਈਆਂ ਔਰ ਕਿਹੜੀਆਂ ਖਬਰਾਂ ਨੇ ਜਿਹੜੀਆਂ ਸਾਡਾ ਧਿਆਨ ਮੰਗਦੀਆਂ ਨੇ। ਸਰਦਾਰ ਕੁਲਮੀਤ ਸਿੰਘ ਸੰਘਾ ਐਡਮਿੰਟਨ ਤੋਂ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੰਘਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਘਾ ਸਾਹਿਬ ਕੀ ਖਬਰਸਾਰ ਆ ਜੀ ਅਲਬਰਟਾ ਦੀ, ਐਡਮਿੰਟਨ ਦੀ? ਖਬਰਸਾਰ ਜਸਕਰਨ ਜੀ ਵਧੀਆ ਹੈ ਜੀ। ਸਾਡੇ ਇੱਥੇ ਅੱਜ ਜਿਹੜਾ ਮਤਲਬ ਫੇਜ਼ 1 ਜਿਹੜਾ ਉਹ ਆਰੰਭ ਹੋ ਗਿਆ ਰੀਲਾਂਚ ਦਾ ਅਲਬਰਟਾ ਦਾ। ਅੱਛਾ ਜੀ। ਜੇਸਨ ਕੈਨੀ ਹੋਰਾਂ ਨੇ ਕੱਲ, ਸਾਡੇ ਪ੍ਰੀਮੀਅਰ ਹੋਰਾਂ ਨੇ ਕੱਲ ਗੱਲਬਾਤ ਦੱਸੀ ਆ। ਉਹ ਕਹਿੰਦੇ ਵੀ ਜਿੰਨਾ ਪਹਿਲਾਂ ਇਹ ਗੱਲ ਕਹੀ ਗਈ ਸੀਗੀ ਵੀ ਪੀਕ ਦੇ ਵਿੱਚ ਸਾਡੇ 600 ਦੇ ਕੇਸ ਜਿਹੜੇ ਆ ਹੋ ਜਾਣਗੇ ਹੌਸਪਿਟਲਾਈਜੇਸ਼ਨ ਦੇ, ਔਰ ਜਿਹੜੇ ਹੌਸਪਿਟਲ ਦੇ ਵਿੱਚ ਬੈੱਡ ਵਗੈਰਾ ਜਾਂ ICU ਹੈਗਾ ਉਹਦੀ ਗਿਣਤੀ ਉਹਨਾਂ ਦੱਸਿਆ ਵੀ 190 ਦੇ ਕਰੀਬ ਹੋ ਜਾਏਗੀ। ਪਰ 30 ਅਪ੍ਰੈਲ ਤੱਕ ਉਹ ਕਹਿੰਦੇ ਜੀ ਵੀ ਉਹਦੀ ਜਿਹੜੀ ਗਿਣਤੀ ਆ ਉਹ ਬਹੁਤ ਘਟ ਰਹੀ ਆ ਜੀ। ਤੇ ਹੁਣ ਵੀ ਦਿਨੋਂ ਦਿਨ ਜਿਹੜੀ ਆ ਉਹ ਥੱਲੇ ਨੂੰ ਜਾ ਰਹੀ ਆ। ਇਸ ਵੇਲੇ 70 ਵਿਅਕਤੀ ਜਿਹੜੇ ਨੇ ਉਹ COVID-19 ਲਈ ਉਹਨਾਂ ਨੂੰ ਹੌਸਪਿਟਲ ਦੇ ਵਿੱਚ ਉਹਨਾਂ ਦਾ ਜੇਰੇ ਇਲਾਜ ਆ, ਤੇ 11 ਕੁ ਬੰਦੇ ਨੇ ਜਿਹੜੇ ICU ਬੈੱਡ ਜਿਹੜੇ ਨੇ ਯੂਜ਼ ਕਰ ਰਹੇ ਨੇ। ਸੋ ਇਸ ਕਰਕੇ ਉਹਨਾਂ ਕਿਹਾ ਵੀ ਇਹ ਬਹੁਤ ਵਧੀਆ ਲੋਕਾਂ ਦਾ ਉਪਰਾਲਾ ਹੈਗਾ ਜਿਹਦੇ ਸਦਕਾ ਇਹ ਕੇਸ ਇੰਨੇ ਨਹੀਂ ਵਧੇ। ਪਰ ਉਹ ਕਹਿੰਦੇ ਵੀ ਸਾਨੂੰ ਹਜੇ ਵੀ ਇਹਦਾ ਨਾ ਧਿਆਨ ਦੇਣਾ ਚਾਹੀਦਾ। ਇਹ ਨਹੀਂ ਵੀ ਹੁਣ ਜੇ ਨਹੀਂ ਹੈ ਤੇ ਵੀ ਹੁਣ ਸਭ ਕੁਝ ਠੀਕ ਠਾਕ ਹੋ ਗਿਆ, ਉਹ ਗੱਲ ਨਹੀਂ ਹੈ। ਪਰ ਉਹ ਕਹਿੰਦੇ ਸਾਨੂੰ ਹਜੇ ਵੀ ਇਸ ਗੱਲ ਤੇ ਇhtiyat ਜਿਹੜੇ ਆ ਉਹ ਵਰਤਣੇ ਪੈਣਗੇ। ਸੋ ਅੱਜ ਜੀ ਸਾਡੇ ਇੱਥੇ ਉਹਨਾਂ ਨੇ ਜਿਵੇਂ ਸਲੂਨਸ ਹੈਗੇ ਨੇ ਉਹ ਖੋਲ੍ਹ ਦਿੱਤੇ ਗਏ ਆ, ਨਾਲ ਦੀ ਨਾਲ ਰੈਸਟੋਰੈਂਟਸ ਔਰ ਕੈਫੇ ਸ਼ਾਪਸ ਤੇ ਰੀਟੇਲ ਸ਼ਾਪਸ ਜਿਹੜੀਆਂ ਨੇ ਉਹਨਾਂ ਨੂੰ ਖੁੱਲ੍ਹਣ ਦੀ ਆਗਿਆ ਦੇ ਦਿੱਤੀ ਆ। ਪਰ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਮਜਬੂਰੀ ਵਸ ਨਹੀਂ ਕਹਿਣਾ ਵੀ ਤੁਸੀਂ ਜ਼ਰੂਰ ਦੁਕਾਨ ਖੋਲ੍ਹੋ, ਪਰ ਐਟਲੀਸਟ ਜਿਹੜਾ ਨਾ ਵੀ ਉਹ ਹੁਣ ਖੋਲ੍ਹ ਸਕਦੇ ਆ, ਪਰ 50% ਕਪੈਸਿਟੀ ਦੇ ਉੱਤੇ, ਪੂਰੀ ਨਹੀਂ, 50% ਮਤਲਬ ਉਹਦੇ ਹਿਸਾਬ ਨਾਲ ਉਹਨਾਂ ਦੇ ਉੱਥੇ ਬੰਦੇ ਦਾਖਲ ਹੋ ਸਕਦੇ ਆ। ਔਰ ਫਿਰ ਵੀ ਉਹਨਾਂ ਨੂੰ ਆਪਣਾ ਜਿਹੜਾ ਸੋਸ਼ਲ ਡਿਸਟੈਂਸਿੰਗ ਵਾਲਾ ਕੰਮ ਕਰ ਰਿਹਾ ਉਹ ਉਸੇ ਤਰ੍ਹਾਂ ਹੀ ਬਣਾਏ ਰੱਖਣਾ ਪਏਗਾ ਜੀ। ਜਦੋਂ ਕਿ ਉਹਨਾਂ ਇਹ ਸਾਰੇ ਸੂਬੇ ਦੇ ਵਿੱਚ ਗੱਲ ਆਖੀ ਆ ਜੀ, ਪਰ ਦੋਸ਼ ਉਹਦੇ ਵਿੱਚੋਂ ਹੌਟ ਸਪੌਟ ਕਹਿ ਲਓ ਜਾਂ ਅਜਿਹੇ ਸ਼ਹਿਰ, ਇੱਕ ਉਹਦੇ 'ਚੋਂ ਕੈਲਗਰੀ ਆ ਔਰ ਦੂਸਰਾ ਬਰੁਕਸ, ਜਿੱਥੇ ਉਹ ਮੀਟ ਪਲਾਂਟ ਸੀਗਾ, ਜਿੱਥੇ ਪ੍ਰੋਬਲਮ ਤੁਹਾਨੂੰ ਪਤਾ ਆਈਆਂ ਸੀਗੀਆਂ ਜੀ। ਔਰ ਕੈਲਗਰੀ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਡੇਟ ਆ ਜੀ ਉਹ ਅੱਜ ਨਹੀਂ 25 ਤਰੀਕ ਤੱਕ ਪਾ ਦਿੱਤੀ ਆ ਵੀ 25 ਤਰੀਕ ਤੋਂ ਪਹਿਲਾਂ ਨਹੀਂ ਉੱਥੇ ਇਹ ਖੁੱਲ੍ਹ ਸਕਦੇ। ਉਹ ਕਹਿੰਦੇ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਬੜੇ ਡੇਂਜਰਸ ਸਪੌਟ ਆ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਉਹ ਕਹਿੰਦੇ ਵੀ ਸੂਬੇ ਦੇ ਵਿੱਚ ਹੀ ਸਾਰੇ ਨਾ, ਪੂਰੇ ਦਾ ਪੂਰਾ ਸੂਬਾ ਜਿਹੜਾ ਆ ਉਹ ਸੇਫ ਆ, ਤੁਸੀਂ ਕਿਤੇ ਵੀ ਜਾ ਕੇ ਰਹਿ ਸਕਦੇ ਹੋ, ਐਸੀ ਗੱਲ ਨਹੀਂ। ਪਰ ਕਿਉਂਕਿ ਉੱਥੇ ਥੋੜੇ ਕੇਸ ਪਹਿਲਾਂ ਹੋਏ ਸੀ, ਜ਼ਿਆਦਾ ਹੋਏ ਸੀ, ਇਸ ਕਰਕੇ ਉਹ ਕਹਿੰਦੇ ਜੀ ਵੀ ਜਿਹੜੇ ਉਹ 25 ਤਰੀਕ ਨੂੰ ਜਾ ਕੇ ਖੁੱਲਣਗੇ, ਹਜੇ ਨਹੀਂ।
ਜੀ ਉਸ ਗੱਲ ਤੋਂ ਜੀ ਕੁਛ ਜਿਹੜੇ ਰੈਸਟੋਰੈਂਟ ਦੇ ਮਾਲਕ ਨੇ ਉਹ ਥੋੜਾ ਜਿਹਾ ਨਿਰਾਸ਼ ਹੋਏ ਆ, ਕਿਉਂਕਿ ਉਹਨਾਂ ਸਾਰਿਆਂ ਨੇ ਤਿਆਰੀ ਫੜੀ ਹੋਈ ਸੀਗੀ ਵੀ ਹਾਂ ਬਈ ਅੱਜ ਇਹ ਖੁੱਲ੍ਹ ਜਾਣਾ। ਉਹਨਾਂ ਨੇ ਆਪਣਾ ਸਮਾਨ ਲਿਆ ਕੇ ਰੱਖਿਆ ਹੋਇਆ ਸੀ, ਪਰ ਫਿਰ ਵੀ ਉਹ ਕਹਿੰਦੇ ਕੋਈ ਗੱਲ ਨਹੀਂ, ਕਿਉਂਕਿ ਇਹ ਜਿਹੜਾ ਫੈਸਲਾ ਜੇਸਨ ਕੈਨੀ ਹੋਰਾਂ ਕਿਹਾ ਵੀ ਅਸੀਂ ਆਪਣੇ ਜਿਹੜੇ ਨੰਬਰਜ਼ ਆ ਨਾ ਉਹਨਾਂ ਦੇ ਆਧਾਰ ਦੇ ਉੱਤੇ ਇਹ ਫੈਸਲੇ ਲਏ ਆ, ਨਾ ਕਿ ਭਈ ਉੱਦਾਂ ਹੀ ਕਹਿ ਦਈਏ ਜੀ ਵੀ ਹਾਂ ਖੋਲ੍ਹ ਦਿਓ ਜਾਂ ਬੰਦ ਕਰ ਦਿਓ। ਨੰਬਰਾਂ ਦੇ ਆਧਾਰ ਦੇ ਉੱਤੇ ਆ, ਔਰ ਉਹ ਸਾਨੂੰ ਜਿਹੜੇ ਸਾਡੇ ਮਾਹਰ ਨੇ ਮੈਡੀਕਲ ਆਫੀਸਰ ਉਹਨਾਂ ਦੇ ਕਹਿਣ ਮੁਤਾਬਕ ਗੱਲਬਾਤ ਜਿਹੜੀ ਜੀ ਕਰ ਰਹੇ ਆ। ਸੋ ਇਹ ਸਥਿਤੀ ਹੈਗੀ ਆ ਜੀ ਕੋਵਿਡ-19 ਵਾਲੇ ਸਿਲਸਿਲੇ ਤੋਂ ਅਲਬਰਟਾ ਦੇ ਵਿੱਚ। ਸੰਗਾ ਸਾਹਿਬ, ਲੋਕਾਂ ਦਾ ਕੀ ਰਿਸਪੌਂਸ ਆ ਜੀ? ਥੋੜੀ ਜਿਹੀ ਓਪਨਿੰਗ ਹੁੰਦੀ ਹੈ, ਲੋਕ ਜਾਣਾ ਚਾਹੁੰਦੇ ਆ ਰੈਸਟੋਰੈਂਟਸ ਦੇ ਵਿੱਚ? ਲੋਕ ਜਸਕਰਨ ਜੀ ਬੜੇ ਉਤਾਵਲੇ ਨੇ, ਤੁਹਾਨੂੰ ਪਤਾ ਵੀ ਇੰਨੇ ਦਿਨਾਂ ਦੇ ਘਰਾਂ ਦੇ ਵਿੱਚ ਬੈਠੇ ਸੀਗੇ, ਪਰ ਉਹਨਾਂ ਨੂੰ ਇਸ ਗੱਲ ਦਾ ਸਾਰਿਆਂ ਨੂੰ ਜ਼ਰੂਰ ਗਿਆਨ ਹੈਗਾ ਵੀ ਕੋਈ ਕਾਹਲ ਵਾਲੀ ਗੱਲ ਨਹੀਂ, ਪੇਸ਼ੈਂਸ ਰੱਖ ਕੇ ਜਾਣ ਵਾਲੀ ਗੱਲ ਹੀ ਆ। ਇਸ ਗੱਲ ਤੇ ਵੀ ਜੇਸਨ ਕੈਨੀ ਹੋਰਾਂ ਕਿਹਾ ਵੀ ਮੈਂ ਵੀ ਕਹਿੰਦਾ ਤੁਹਾਡੇ ਵਾਂਗ ਬੜਾ ਇੰਪੇਸ਼ੈਂਟ ਆ, ਪਰ ਇੰਪੇਸ਼ੈਂਸ ਇਸ ਵੇਲੇ ਕਹਿੰਦਾ ਵੀ ਕੰਮ ਨਹੀਂ ਕਰਦਾ। ਸਾਨੂੰ ਸਾਡੇ ਜਿਹੜੇ ਮੈਡੀਕਲ ਆਫੀਸਰ ਆ ਉਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਆ। ਸੋ ਜੇ ਉਹਨਾਂ ਨੇ 50% ਹੀ ਕਿਹਾ ਤੇ ਸਾਨੂੰ ਉੱਥੇ ਰੈਸਟੋਰੈਂਟਾਂ 'ਚ ਕੈਫੇ ਦੇ ਵਿੱਚ ਉਹ 50% ਦੇ ਹਿਸਾਬ ਨਾਲ ਹੀ ਗੱਲ ਜਿਹੜੀ ਉਹਨਾਂ ਦੀ ਮੰਨਣੀ ਪਏਗੀ ਜੀ। ਤੇ ਦੂਸਰਾ ਜੀ ਜਿਹੜਾ ਸਾਡੇ ਫੋਰਟ ਮੈਕਮਰੀ ਦੇ ਵਿੱਚ ਤੁਹਾਨੂੰ ਯਾਦ ਹੋਣਾ ਪਿੱਛੇ ਜਿਹੇ ਫਲੱਡ ਆਏ ਸੀਗੇ ਤੇ ਉੱਥੇ ਲੋਕ ਬੜੇ ਦੁਖੀ ਹੋਏ ਜੀ। ਹੁਣ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਵੀ ਕਦੇ ਇੱਥੇ ਆ ਗਿਆ ਤੇ ਕਦੇ ਹੜ੍ਹ ਆ, ਤੇ ਹੁਣ ਉਹ ਰੱਬ ਨੂੰ ਕਹਿੰਦੇ ਵੀ ਸਾਨੂੰ ਇੱਥੋਂ ਕੱਢ ਕਿਸੇ ਨਾ ਕਿਸੇ ਤਰ੍ਹਾਂ। ਉੱਥੇ ਜੀ ਲੋਕਾਂ ਨੇ ਨਾ ਜਿਹੜੇ ਕੁਝ ਵਾਟਰਵੇਜ਼ ਨੇ, ਮਤਲਬ ਦੋ ਦਰਿਆ ਆ, ਇੱਕ ਕਲੀਅਰ ਵਾਟਰ, ਇੱਕ ਅਥਾਬਾਸਕਾ ਰਿਵਰ, ਇਹ ਉੱਥੇ ਮਿਲਦੇ ਆ ਜੀ ਥੋੜੀ ਜਿਹੀ ਵਿੱਥ ਤੇ ਜਾ ਕੇ ਫੋਰਟ ਮੈਕਮਰੀ ਤੋਂ ਗਾਹਾਂ, ਜਿੱਥੇ ਇਹ ਆਈਸ ਡੈਮ ਲੱਗਣ ਕਾਰਨ ਜਿਹੜੇ ਜੀ ਹੜ੍ਹ ਆਏ ਨੇ। ਔਰ ਹੁਣ ਲੋਕ ਦੁਖੀ ਹੋਏ, ਉਹ ਕਹਿੰਦੇ ਜੀ ਕਿਸੇ ਨੇ ਫਿਗਰਸ ਕੱਢੀਆਂ, ਉਹ ਕਹਿੰਦਾ 1853 ਤੋਂ ਲੈ ਕੇ ਹੁਣ ਤਾਈਂ 15 ਫਲੱਡਸ ਆਏ ਆ ਇਸ ਤਰ੍ਹਾਂ ਦੇ, ਔਰ ਉਹਨਾਂ ਦੇ ਵਿੱਚੋਂ 14 ਜਿਹੜੇ ਨੇ ਉਹ ਆਈਸ ਡੈਮ ਕਰਕੇ ਹੀ ਆ ਜੀ। ਔਰ ਉਹ ਕਹਿੰਦੇ ਵੀ ਸਿਟੀ ਹੁਣ $ਮਿਲੀਅਨਸ ਖਰਚ ਕਰ ਰਹੀ ਆ ਬਰਮ ਬਣਾਉਣ ਲਈ, ਉਹ ਜਿਹੜੇ ਦਰਿਆ ਦੇ ਆਲੇ ਦੁਆਲੇ, ਤਾਂ ਕਿ ਪਾਣੀ ਇੱਧਰ ਨਾ ਆਏ। ਉਹ ਲੋਕ ਮਤਲਬ ਦੁਖੀ ਹੋਏ, ਕਹਿੰਦੇ ਜੀ ਵੀ ਅਸੀਂ ਤਾਂ ਅੱਗੇ ਵੀ ਇਹ ਕਹਿ ਰਹੇ ਸੀ ਵੀ ਬਰਮ ਬਣਾਏ ਜਾਣ, ਪਰ ਹਜੇ ਤੱਕ ਕੋਈ ਕੰਮ ਕਰ ਉਸ ਪੱਖ ਤੋਂ ਕੀਤਾ ਨਹੀਂ ਗਿਆ। ਤੇ ਹੁਣ ਉਹ ਸਿਟੀ ਕਹਿ ਰਹੀ ਜੀ ਵੀ ਅਸੀਂ 2021 ਤੱਕ ਜਿਹੜੇ ਉਹ ਬਰਮ ਆ ਬਣਾ ਦਿਆਂਗੇ। ਤੇ ਪਰ ਲੋਕ ਕਹਿ ਰਹੇ ਜੀ ਵੀ ਜੇ ਸਿਟੀ ਸਾਤੋਂ ਸਾਡੀ ਪ੍ਰਾਪਰਟੀ ਖਰੀਦ ਹੀ ਲੈਣ ਤਾਂ ਚੰਗੀ ਗੱਲ ਆ, ਕਿਉਂਕਿ ਪ੍ਰਾਪਰਟੀ ਦੀ ਵੈਲਿਊਜ਼ ਬਹੁਤ ਥੱਲੇ ਡਿੱਗ ਪਈਆਂ ਜੀ। ਇੱਕ ਸ਼ਖਸ ਜਿਹਨੇ 3 ਲੱਖ ਦਾ ਘਰ ਕਿਤੇ ਬਣਾਇਆ ਸੀਗਾ, ਉਹ ਕਹਿੰਦਾ ਵੀ ਅੱਜ ਉਹ ਘਰ ਉਹਦਾ $1.25 ਲੱਖ ਜਿਹੜਾ ਉਹ ਲੂਜ਼ ਕਰ ਚੁੱਕਾ ਆਲਰੇਡੀ। ਉਹ ਕਹਿੰਦਾ ਜੇ ਕੱਲ ਨੂੰ ਮੈਂ ਵੇਚਾਂ ਤਾਂ ਇਟਸ ਯੂਜ਼ਲੈਸ, ਮੈਨੂੰ ਕੋਈ ਇਹਦਾ ਪੈਸਾ ਨਹੀਂ ਮਿਲਣਾ ਇੱਥੋਂ। ਸੋ ਇਸ ਤਰ੍ਹਾਂ ਦੇ ਹਾਲਾਤ ਫੋਰਟ ਮੈਕ ਦੇ ਬਣੇ ਹੋਏ ਨੇ ਜੀ। ਤੀਸਰੀ ਇੱਕ ਗੱਲ ਹੋਰ ਸੀ, ਸਰ ਜੇਸਨ ਕੈਨੀ ਹੋਰਾਂ ਨੇ ਆਪਣੀ ਗੱਲਬਾਤ ਦੇ ਵਿੱਚ ਨਾ ਇਹ ਕੋਵਿਡ-19 ਵਾਲੀ ਗੱਲ ਤੇ ਹੀ ਇੱਕ ਉਹਨਾਂ ਨੇ ਹੋਰ ਗੱਲ ਆਖੀ ਆ, ਉਹ ਚੀਨ ਤੇ ਬੜੇ ਵਰ ਰਹੇ ਨੇ ਜੀ। ਚੀਨ ਵਾਲਿਆਂ ਨੇ ਇਹ ਜਿਹੜੀ ਅਸਲੀ ਗੱਲਬਾਤ ਆ ਜੀ ਉਹ ਦੱਸੀ ਨਹੀਂ ਪਹਿਲਾਂ, ਇਸ ਕਰਕੇ ਜਿਹੜੇ ਸਾਡੇ ਹੈਲਥ ਸਿਸਟਮ ਆ ਇੱਥੋਂ ਦੇ ਕੈਨੇਡਾ ਦਾ, ਭਈ ਉਹ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਨੇ। ਤੇ ਉਹ ਕਹਿੰਦਾ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਚੀਨ ਨੂੰ ਅਸੀਂ ਉੱਦਾਂ ਹੀ ਹੁਣ ਮਾਫ ਕਰ ਦਈਏ ਤਾਂ ਭੁੱਲ ਜਾਈਏ, ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਔਰ ਹੁਣ ਉਹ ਲੋਕਾਂ ਨੂੰ ਕਹਿ ਰਿਹਾ ਜੀ ਵੀ ਇਨਸ਼ੋਰ ਕੰਮਕਾਰ ਹੋਣੇ ਚਾਹੀਦੇ ਨੇ। ਅੱਗੇ ਤਾਂ ਸੀ ਨਾ ਵੀ ਆਊਟਸੋਰਸਿੰਗ ਹੁੰਦੀ ਸੀ, ਤੇ ਹੁਣ ਮੁੜ ਕੇ ਇੱਥੇ ਹੋਣੇ ਚਾਹੀਦੇ ਆ, ਜਾਂ ਜੌਬਸ ਇੱਥੇ ਆਉਣੀਆਂ ਚਾਹੀਦੀਆਂ, ਬਿਜ਼ਨਸ ਨੂੰ ਮੁੜਨਾ ਚਾਹੀਦਾ। ਸੋ ਇਹ ਜੇਸਨ ਕੈਨੀ ਹੋਰਾਂ ਦਾ ਇੱਕ ਸੁਨੇਹਾ ਇਹ ਇਸ ਪੱਖ ਤੋਂ ਇਹ ਵੀ ਉਹਨਾਂ ਨੇ ਕੱਲ੍ਹ ਦਿੱਤਾ ਜੀ। ਪਰ ਇਹ ਨਹੀਂ ਪਤਾ ਵੀ ਕਿੰਨੀ ਹੱਦ ਤੱਕ ਜਿਹੜਾ ਹੈਗਾ ਜੀ ਉਹ ਲੋਕ ਉਹਨਾਂ ਦੀ ਗੱਲ ਨੂੰ ਸੁਣਦੇ ਨੇ, ਕਿਉਂਕਿ ਜਿਹੜਾ ਗਰੀਬ ਆਦਮੀ ਹੈ ਜੀ ਉਹਨ ਤਾਂ ਕੰਮ ਹੀ ਕਰਨਾ, ਕਿਉਂਕਿ ਜਦੋਂ ਪਹਿਲਾਂ ਇੱਥੋਂ ਬਿਜ਼ਨਸ ਉਧਰ ਨੂੰ ਗਏ ਸੀਗੇ ਜੀ, ਉਦੋਂ ਨਾ ਮਜ਼ਦੂਰਾਂ ਦੀ ਸੁਣੀ ਗਈ ਨਾ ਗਰੀਬਾਂ ਦੀ ਸੁਣੀ ਗਈ, ਤੇ ਹੁਣ ਕਿਹੜੀ ਜੀ ਉਹਨਾਂ ਦੀ ਸੁਣਨੀ ਆ। ਬਸ ਹੁਣ ਵੀ ਇਹੀ ਗੱਲ, ਮਾਫੀ ਚਾਹੁੰਦਾ, ਹੁਣ ਵੀ ਉਹੀ ਗੱਲ ਆ ਵੀ ਹਾਂ ਜੀ ਹੁਣ ਉਹ ਇੱਥੇ ਆ ਜਾਣਗੀਆਂ ਜੌਬਾਂ। ਇਹ ਉਹ ਚੀਨ ਤੇ ਵਰ ਰਹੇ ਨੇ ਵੀ ਜਿੱਦਾਂ ਚੀਨ ਨੇ ਕੋਈ ਇਹਨਾਂ ਨੂੰ ਪੈਸੇ ਦੇ ਦੇਣੇ ਹੁੰਦੇ ਆ। ਆਈ ਡੋਂਟ ਨੋ ਕਿੱਥੋਂ ਤੱਕ ਉਹ ਗੱਲ ਸਹੀ ਹੋ ਸਕਦੀ ਹੈ ਜੀ। ਸੰਗਾ ਸਾਹਿਬ, ਤੁਸੀਂ ਫੋਰਟ ਮੈਕਮਰੀ ਦੀ ਗੱਲ ਕੀਤੀ ਸੀ, ਐਡਮਿੰਟਨ ਦੇ ਵਿੱਚ ਘਰਾਂ ਦੀ ਪ੍ਰਾਈਸ ਬਾਰੇ ਕੋਈ ਗੱਲਾਂ ਬਾਤਾਂ ਆਮ ਲੋਕਾਂ ਦੇ ਵਿੱਚ ਚੱਲਦੀਆਂ, ਕੋਈ ਡਾਟਾ, ਕੋਈ ਅੰਕੜਾ, ਕੋਈ ਰੀਅਲ ਸਟੇਟ ਤੋਂ ਕੋਈ ਫਰਕ ਪੈ ਰਿਹਾ, ਥੱਲੇ ਆ ਰਹੇ ਆ, ਉੱਥੇ ਹੀ ਆ, ਕੁਛ ਆਈਡੀਆ ਲੱਗ ਸਕਦਾ ਜੀ? ਜੇ ਨਾ ਜਿਸ ਕਾਰਨ ਜੀ ਘਰਾਂ ਦੀਆਂ ਕੀਮਤਾਂ ਤੇ ਪਹਿਲਾਂ ਨਾਲੋਂ ਘਟੀਆਂ ਹੋਈਆਂ ਨੇ, ਪਰ ਉਹਦਾ ਹਜੇ ਐਗਜ਼ੈਕਟਲੀ ਜੇ ਤੁਸੀਂ ਦੇਖੋ ਵੀ
ਕਿੰਨਾ ਕੁ ਫਰਕ ਪਿਆ ਹਜੇ ਉਹ ਗੱਲ ਸਾਹਮਣੇ ਨਹੀਂ ਜੀ ਆਈ ਵੀ ਕਿੰਨੀਆਂ ਕੀਮਤਾਂ ਘਟ ਗਈਆਂ ਜਾਂ ਕਿੰਨੀ ਤੇਜ਼ੀ ਨਾਲ ਥੱਲੇ ਨੂੰ ਜਾ ਰਹੀਆਂ, ਕਿਉਂਕਿ ਘਰਾਂ ਦਾ ਹਜੇ ਵੀ ਖਰੀਦੋ ਫਰੋਖਤ ਹੋ ਰਹੀ ਆ, ਪਰ ਉਨੀ ਤੇਜ਼ੀ ਦੇ ਨਾਲ ਨਹੀਂ ਹੋ ਰਹੀ। ਸਟਿਲ ਪੀਪਲ ਆਰ ਸੈਲਿੰਗ ਐਂਡ ਉਹ ਜਿੰਨੀ ਕੁ ਪ੍ਰਾਈਸ ਦੇ ਨੇੜੇ ਤੇੜੇ ਵੇਚਣਾ ਚਾਹੁੰਦੇ ਹਜੇ ਮਿਲ ਰਿਹਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀਗਾ ਵੀ ਲੋਕ ਇੱਥੋਂ ਅਗਰ ਛੱਡ ਕੇ ਜਾਣਗੇ ਤਾਂ ਉਹਨਾਂ ਨੂੰ ਜਾਣ ਲਈ ਜਿਹੜੇ ਦੂਸਰੇ ਥਾਂ ਆ ਉਹ ਬਾਹਲੇ ਜ਼ਿਆਦਾ ਮਹਿੰਗੇ ਨੇ, ਚਾਹੇ ਉਹ ਵੈਨਕੂਵਰ ਹੈ ਚਾਹੇ ਉਹ ਟੋਰਾਂਟੋ ਦਾ ਏਰੀਆ ਹੈ। ਸੋ ਇਸ ਕਰਕੇ ਲੋਕ ਹਜੇ ਅਲਬਰਟਾ ਵਿੱਚ ਹੀ ਬੈਟ ਲਾਈ ਬੈਠੇ ਨੇ ਜੀ ਵੀ ਇੱਥੇ ਕੰਮਕਾਰ ਆਉਣ ਵਾਲੇ ਸਮੇਂ ਦੇ ਵਿੱਚ ਸੁਧਰ ਜਾਣਗੇ। ਇਹ ਆਇਲ ਇੰਡਸਟਰੀ ਦਾ ਕੋਈ ਅਪਡੇਟ ਹੈ ਜੀ, ਕੁਝ ਹੋ ਰਿਹਾ ਜਾਂ ਲੋਕਾਂ ਨੂੰ ਆਸ ਹੈਗੀ ਆ ਵੀ ਇਹਦਾ ਇੰਪੈਕਟ ਕੀ ਪਊਗਾ ਅਲਬਰਟਾ ਤੇ ਖਾਸ ਕਰਕੇ? ਆਇਲ ਇੰਡਸਟਰੀ ਦੀ ਜਿਹੜੀ ਇੱਕ ਪਾਈਪਲਾਈਨ ਦੀ ਗੱਲ ਹੈਗੀ ਆ ਉਹਦਾ ਕੰਮਕਾਰ ਆਰੰਭ ਹੋਣ ਵਾਲਾ ਆ। ਉਹਦੀ ਖਬਰ ਆਈ ਸੀ ਕਿ ਉਹ ਪਾਈਪਲਾਈਨ ਬਣ ਜਾਏਗੀ ਤਾਂ ਉਹਦੇ ਨਾਲ ਕਪੈਸਿਟੀ ਥੋੜੀ ਵੱਧ ਜਾਏਗੀ ਤਾਂ ਕਿ ਜਿਹੜਾ ਅਲਬਰਟਾ ਦਾ ਤੇਲ ਆ ਉਹ ਬਾਹਰ ਭੇਜਿਆ ਜਾਵੇ ਜੀ। ਪਰ ਹੁਣ ਜਿਵੇਂ ਆਪਾਂ ਦੁਨੀਆ ਭਰ ਵਿੱਚ ਵੇਖਦੇ ਹਾਂ ਜੀ, ਡਿਮਾਂਡ ਜਿਹੜੀ ਆ ਉਹ ਬਿਲਕੁਲ ਥੱਲੇ ਗਈ ਹੋਈ ਆ। ਇਹ ਅੱਜ ਮਨਸਰ ਸਾਰੀ ਗੱਲ ਡਿਮਾਂਡ ਤੇ ਕਰ ਰਹੀ ਆ ਇਹ, ਔਰ ਡਿਮਾਂਡ ਜਿਹੜੀ ਆ ਬਹੁਤ ਪਹਿਲਾਂ ਨਾਲੋਂ ਘਟੀ ਹੋਈ ਆ ਤੇ ਇਹ ਨਹੀਂ ਪਤਾ ਵੀ ਉਹ ਤੇਲ ਵੇਚਾਂਗੇ ਕਿੱਥੇ, ਕਿਉਂਕਿ ਹਰ ਪਾਸੇ ਤੇਲ ਦਾ ਇੱਕ ਕਿਸਮ ਦਾ ਗਲਟ ਆਇਆ ਹੋਇਆ ਜੀ ਦੁਨੀਆ ਦੇ ਵਿੱਚ। ਇੱਕ ਜਿਹੜੀ ਹੋਰ ਮਾੜੀ ਖਬਰ ਆ ਉਹ ਇਹ ਆ ਕਿ ਜਿਹੜੇ ਨਾਰਵੇ ਵਾਲਿਆਂ ਨੇ ਜੀ ਉਹਨਾਂ ਦਾ ਜਿਹੜਾ ਇਨਵੈਸਟਮੈਂਟ ਫੰਡ, ਤੁਹਾਨੂੰ ਪਤਾ ਉਹਨਾਂ ਕੋਲ ਪੈਸੇ ਚੰਗੇ ਆ ਉੱਥੇ ਜਮ੍ਹਾਂ ਕੀਤੇ ਜੀ, ਉਹ ਇਨਵੈਸਟਮੈਂਟ ਫੰਡ ਜਿਹੜਾ ਅੱਗੇ ਇੱਥੇ ਆਇਲ ਸੈਂਡ ਦੇ ਵਿੱਚ ਪੈਸੇ ਲਾਉਂਦੇ ਸੀ, ਅੱਜ ਉਹ ਖਬਰ ਆ ਰਹੀ ਹੈ ਜੀ ਵੀ ਉਹਨਾਂ ਨੇ ਆਇਲ ਸੈਂਡ ਦੇ ਵਿੱਚ ਪੈਸੇ ਲਾਉਣ ਤੋਂ ਗਾਂ ਨੂੰ ਆਪਣੇ ਆਪ ਨੂੰ ਪਾਸੇ ਕਰ ਲਿਆ ਵੀ, ਜਾਂ ਕਹਿ ਲਓ ਆਇਲ ਸੈਂਡ ਨੂੰ ਪਾਸੇ ਕਰ ਦਿੱਤਾ। ਸੋ ਇਹ ਇੱਕ ਸਾਡੇ ਲਈ ਭੈੜੀ ਖਬਰ ਆ, ਬਟ ਸਟਿਲ ਪੀਪਲ ਆਰ ਬੈਟਿੰਗ ਔਨ ਦਿਸ ਥਿੰਗ ਵੀ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੇਲ ਦੇ ਭਾਅ ਵੀ ਠੀਕ ਹੋ ਜਾਣਗੇ ਤੇ ਕੰਮਕਾਰ ਇੱਥੇ ਜਿਹੜੇ ਆ ਠੀਕ ਚੱਲਣ ਲੱਗ ਪੈਣਗੇ। ਸੰਘਾ ਸਾਹਿਬ, ਆਖਰੀ ਸਵਾਲ, ਜਿਹੜੀ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਲੋਕਾਂ ਦੀ ਮਦਦ ਕੀਤੀ ਆ, ਲੋਕ ਖੁਸ਼ ਨੇ ਇਹਦੇ ਤੋਂ? ਹਾਂਜੀ, ਉਹਦੇ ਲਈ ਫॉर ਦਾ ਟਾਈਮ ਬੀਇੰਗ ਜਿਹੜੀ ਸਰਕਾਰ ਕਰ ਰਹੀ ਆ ਉਹਦੇ ਤੇ ਖੁਸ਼ ਆ। ਈਵਨ ਜੇਸਨ ਕੈਨੀ ਹੁਣੀ ਸਾਡੇ ਪ੍ਰੀਮੀਅਰ ਆਮ ਤੌਰ ਤੇ ਖੁਸ਼ ਤਾਂ ਨਹੀਂ ਹੁੰਦੇ, ਪਰ ਉਹਨਾਂ ਨੇ ਇਹ ਕਿਹਾ ਸੀਗਾ ਵੀ ਚਲੋ ਜਿਹੜਾ ਇਹ ਕੰਮਕਾਰ ਇਹਨਾਂ ਨੇ ਕੀਤਾ ਵਧੀਆ ਗੱਲ ਆ। ਜਸਟਨ ਟਰੂਡੋ ਹੋਰਾਂ ਨੇ ਵੀ ਸ਼ੁਰੂਆਤ ਉਹ ਕਹਿੰਦੇ ਚੰਗੀ ਕੀਤੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਹੋਰ ਮਦਦ ਹੈਗੀ ਆ ਉਹ ਇੰਡਸਟਰੀ ਦੀ ਕੀਤੀ ਜਾਏਗੀ। ਜੀ ਸੰਘਾ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ ਸਾਨੂੰ ਜਾਣਕਾਰੀ ਦਿੱਤੀ, ਮਿਹਰਬਾਨੀ ਜੀ। ਧੰਨਵਾਦ ਜਸਕਰਨ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।